ਜਿੱਦਾਂ ਤੁਸੀਂ ਕੀਤੀ ਹੈ ਕਥਕ ਦੀ ਸ਼ੁਰੂਆਤ ਚੰਡੀਗੜ੍ਹ ਵਿੱਚ। ਕਥਕ ਵਰਡ ਕਿਸੇ ਨੂੰ ਪਤਾ ਵੀ ਨਹੀਂ ਸੀਗਾ। ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? मैं अपनी मेहनत ਨੂੰ ਦੇਖਦੀ ਹਾਂ। ਇੰਨੇ ਸਾਲ ਮੈਂ ਦੇਖਦੀ ਹਾਂ ਮੈਂ ਕਿੰਨੇ 65-70 ਸਾਲ ਮੈਂ ਗੁਜ਼ਾਰੇ। ਇੱਥੋਂ ਮੈਂ ਸਟਾਰਟ ਕੀਤਾ। ਇੱਥੇ ਕੋਈ ਡਾਂਸ ਦਾ ਕੋਈ ਸਕੋਪ ਨਹੀਂ ਸੀ। ਕਲਾਸੀਕਲ ਡਾਂਸ ਦਾ ਭੰਗੜਾ, ਗਿੱਧਾ, ਲੁੱਡੀ ਇਹ ਡਾਂਸ ਤੇ ਹੁੰਦੇ ਸੀ, ਝੂਮਰ, ਪਰ ਕਥਕ ਦਾ ਕੋਈ ਸਕੋਪ ਨਹੀਂ ਸੀ। ਮੈਂ ਸ਼ੁਰੂ ਕੀਤਾ। ਮੈਂ ਆਪਣੇ ਆਪ ਨੂੰ ਇੱਕ ਕ੍ਰੈਡਿਟ ਦੇਣੀ ਹੈ। ਆਪਣੇ ਮੂੰਹੋਂ ਕੋਈ ਵੀ ਗੱਲ ਕਹਿੰਦੇ ਅੱਛਾ ਨਹੀਂ ਲੱਗਦੀ ਕਿ ਤੁਸੀਂ ਕੋ ਆਪਣੀ ਤਾਰੀਫ ਕਰੋ, ਬੜਾਈ ਕਰੋ, ਪਰ ਮੈਨੂੰ ਬੜੀ ਸ਼ਾਂਤੀ ਮਿਲਦੀ ਹੈ ਇਹ ਸੋਚ ਕੇ ਕਿ ਮੈਂ ਅੱਜ ਪੰਜਾਬ 'ਚ PhD ਤੱਕ ਜਿਹੜੀਆਂ ਕਲਾਸਾਂ ਨੇ, ਜਿਹੜੀਆਂ ਬੱਚੇ PhD ਕਰ ਰਹੇ ਡਾਂਸ ਸਬਜੈਕਟ 'ਚ, ਲੇਕਿਨ ਕਿਸੇ ਵਕਤ 'ਚ ਮੈਂ ਸ਼ੁਰੂ ਕੀਤਾ ਸੀ। ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਅਤੇ ਮੈਂ ਬਨੂ ਸ਼ਰਮਾ। ਕਥਕ ਡਾਂਸ ਅਜਿਹਾ ਡਾਂਸ ਹੈ ਜਿਸ ਨੂੰ ਅਗਰ ਡੈਡੀਕੇਸ਼ਨ ਜਾਂ ਸੱਚੇ ਮਨ ਨਾਲ ਕਰੀਏ ਤਾਂ ਬਹੁਤ ਕੁਝ ਨਿਕਲ ਕੇ ਆ ਸਕਦਾ ਹੈ। ਸਾਡੇ ਅਜਿਹੇ ਕਥਕ ਡਾਂਸਰ ਮੌਜੂਦ ਨੇ ਜੋ ਪਿਛਲੇ 70 ਸਾਲ ਤੋਂ ਕਥਕ ਡਾਂਸਰ ਨੇ ਅਤੇ ਸਾਡੇ ਸਮੇਂ ਮੌਜੂਦ ਨੇ ਸ਼ੋਭਾ ਕੌਸ਼ਰ ਜੀ, ਜੋ ਬਹੁਤ ਵੱਡਾ ਨਾਮ ਨੇ ਕਥਕ ਡਾਂਸਿੰਗ ਫੀਲਡ ਵਿੱਚ। ਖਾਸ ਮੌਕੇ ਦੇ ਨਾਲ ਗੱਲਬਾਤ ਕਰਦੇ ਅਤੇ ਇਹਨਾਂ ਦੇ ਸਫ਼ਰ ਬਾਰੇ ਵੀ ਜਾਣਾਂਗੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਨਮਸਕਾਰ। ਜਿੱਦਾਂ ਤੁਸੀਂ ਕੀਤੀ ਹੈ ਕਥਕ ਦੀ ਸ਼ੁਰੂਆਤ ਚੰਡੀਗੜ੍ਹ ਵਿੱਚ। ਕਥਕ ਵਰਡ ਕਿਸੇ ਨੂੰ ਪਤਾ ਵੀ ਨਹੀਂ ਸੀਗਾ। ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਮੈਂ ਆਪਣੀ ਮਿਹਨਤ ਨੂੰ ਦੇਖਦੀ ਹਾਂ। ਇੰਨੇ ਸਾਲ ਮੈਂ ਦੇਖਦੀ ਹਾਂ ਮੈਂ ਕਿੰਨੇ 65-70 ਸਾਲ ਮੈਂ ਗੁਜ਼ਾਰੇ। ਇੱਥੋਂ ਮੈਂ ਸਟਾਰਟ ਕੀਤਾ। ਗਵਰਨਮੈਂਟ ਕਾਲਜ 'ਚ ਮੈਂ ਲੱਗੀ ਜਦੋਂ, ਅਤੇ ਉਸ ਤੋਂ ਪਹਿਲਾਂ ਹੀ ਮੈਂ ਥੋੜ੍ਹਾ ਜਿਹਾ ਡਾਂਸ ਸਟਾਰਟ ਕੀਤਾ ਸੀ ਪ੍ਰਾਈਵੇਟਲੀ ਬੱਚਿਆਂ ਨੂੰ। ਉਹਦੇ ਬਾਅਦ ਮੈਂ ਜਦੋਂ ਕਾਲਜ ਲੱਗ ਗਈ 62 'ਚ, ਅਤੇ ਉੱਥੇ ਮੈਂ ਸਟਾਰਟ ਕੀਤਾ। ਪ੍ਰੈਪ ਕਲਾਸ ਸੀਗੀ ਜਦੋਂ, ਤਾਂ ਮੈਂ ਉੱਥੇ ਕਲਾਸੀਕਲ ਡਾਂਸ ਸ਼ੁਰੂ ਕੀਤਾ। ਇੱਥੇ ਕੋਈ ਡਾਂਸ ਦਾ ਕੋਈ ਸਕੋਪ ਨਹੀਂ ਸੀ। ਕਲਾਸੀਕਲ ਡਾਂਸ ਦਾ ਭੰਗੜਾ, ਗਿੱਧਾ, ਲੁੱਡੀ ਇਹ ਡਾਂਸ ਤੇ ਹੁੰਦੇ ਸੀ, ਝੂਮਰ, ਪਰ ਕਥਕ ਦਾ ਕੋਈ ਸਕੋਪ ਨਹੀਂ ਸੀ। ਮੈਂ ਸ਼ੁਰੂ ਕੀਤਾ। ਮੈਂ ਆਪਣੇ ਆਪ ਨੂੰ ਇੱਕ ਕ੍ਰੈਡਿਟ ਦੇਣੀ ਹੈ। ਆਪਣੇ ਮੂੰਹੋਂ ਕੋਈ ਵੀ ਗੱਲ ਕਹਿੰਦੇ ਅੱਛਾ ਨਹੀਂ ਲੱਗਦੀ ਕਿ ਤੁਸੀਂ ਕੋ ਆਪਣੀ ਤਾਰੀਫ ਕਰੋ, ਬੜਾਈ ਕਰੋ, ਪਰ ਮੈਨੂੰ ਬੜੀ ਸ਼ਾਂਤੀ ਮਿਲਦੀ ਹੈ ਇਹ ਸੋਚ ਕੇ ਕਿ ਮੈਂ ਅੱਜ ਪੰਜਾਬ 'ਚ PhD ਤੱਕ ਜਿਹੜੀਆਂ ਕਲਾਸਾਂ ਨੇ, ਜਿਹੜੀਆਂ ਬੱਚੇ PhD ਕਰ ਰਹੇ ਡਾਂਸ ਸਬਜੈਕਟ 'ਚ, ਲੇਕਿਨ ਕਿਸੇ ਵਕਤ 'ਚ ਮੈਂ ਸ਼ੁਰੂ ਕੀਤਾ ਸੀ। ਤਾ ਥੇਈ ਥੇਈ ਤਤ ਫਸਟ ਸਵਰ, ਫਸਟ ਸ਼ਬਦ ਜੋ ਡਾਂਸ ਦੇ ਸੀਗੇ ਉਹ ਮੈਂ ਸ਼ੁਰੂ ਕੀਤੇ ਸੀ। ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ 70 ਸਾਲ ਹੋ ਚੁੱਕੇ ਨੇ। 70 ਸਾਲ ਦੇ ਕਰੀਓਗ੍ਰਾਫ ਵਿੱਚ ਬੀਇੰਗ ਅ ਕਥਕ ਡਾਂਸਰ ਕੀ ਬਦਲਾਵ ਦੇਖਦੇ ਹੋ? ਜਿਹੜੀ ਹੁੰਦੀ ਜਨਰੇਸ਼ਨ ਹੈ ਕਥਕ ਡਾਂਸ ਕਰਦੀ ਹੈ, ਪਰ ਉਹ ਬਾਲੀਵੁੱਡ ਨੰਬਰ 'ਤੇ ਰੀਮਿਕਸਿਸ 'ਤੇ ਕਰਦੀ ਹੈ। ਉਹ ਗੱਲ ਜੀ ਨਹੀਂ ਮੰਨਦੀ ਕਿਉਂਕਿ ਸਟੈਪਸ ਈਜ਼ੀ ਹੋ ਜਾਂਦੇ ਨੇ, ਪਰ ਜੋ ਸੌਂਗ ਓਰੀਜਨਲ ਹੈ ਉਹ ਚੀਜ਼ ਨਹੀਂ ਹੁੰਦੀ, ਮਿਸਿੰਗ ਹੈ। ਇਹ ਤਾਂ ਗੱਲ ਹੈ ਹੀ। ਮਤਲਬ ਅੱਜ ਦੇ ਜ਼ਮਾਨੇ ਦੀ ਗੱਲ ਕਰ ਰਹੇ ਹੋ। ਅੱਜ ਕੱਲ੍ਹ ਜਿਹੜੇ ਡਾਂਸਰਸ ਨੇ, ਤਕਰੀਬਨ ਜਿਹੜੀ ਯੰਗ ਜਨਰੇਸ਼ਨ ਹੈ, ਯੁਵਾ ਪੀੜ੍ਹੀ ਹੈ, ਉਹਨੇ ਡਾਂਸ ਨੂੰ ਬੜਾ ਆਸਾਨ ਬਣਾ ਦਿੱਤਾ। ਮਤਲਬ ਉਹ ਮਿਹਨਤ ਜਿਸ ਤਰ੍ਹਾਂ ਅਸੀਂ ਮਿਹਨਤ ਕੀਤੀ ਹੈ ਕਿ ਗੁਰੂ ਜੀ ਨੇ ਇੱਕ ਸਟੈਪ ਸ਼ੁਰੂ ਕੀਤਾ, ਕਰਾਏ ਜਾ ਰਹੇ, ਸਾਡੀ ਹਿੰਮਤ ਨਹੀਂ ਪੈਂਦੀ ਸੀ ਕਿ ਬਈ ਅਸੀਂ ਕਹੀਏ ਗੁਰੂ ਜੀ ਅੱਗੇ ਵੀ ਦਿਖਾਓ, ਅੱਗੇ ਵੀ ਸਿਖਾਓ, ਤੁਸੀਂ ਤਾਂ ਕੁਝ ਬਤਾ ਹੀ ਨਹੀਂ ਰਹੇ ਹੋ। ਇਹ ਨਹੀਂ ਅਸੀਂ ਕਹਿ ਸਕਦੇ ਸੀ। ਹੁਣ ਤਾਂ ਆਉਂਦੇ ਆ, ਐਡਮਿਸ਼ਨ ਲੈਂਦੇ ਆ, ਪੁੱਛਦੇ ਆ ਜੀ ਕਿੰਨੇ ਦਿਨ 'ਚ ਡਾਂਸ ਆ ਜਾਊਗਾ। ਅਤੇ ਬੜੀ ਅਜੀਬ ਗੱਲ ਹੈ ਕਿ ਮਤਲਬ ਇਹ ਵੀ ਇੱਕ ਵਿਦਿਆ ਹੈ, ਇੱਕ ਕਲਾ ਹੈ, ਗੰਧਰਵ ਕਲਾ ਹੈ। ਭਗਵਾਨ ਸੇ ਜਿਹਦਾ ਸੰਬੰਧ ਹੈ, ਜੋੜਦੇ ਹਾਂ ਅਸੀਂ, ਉਹਦੀ ਰਚਨਾएं ਕਰਦੇ ਹਾਂ, ਉਹਦੀ ਕਥਾ ਕਰਦੇ ਹਾਂ, ਉਹਦਾ ਭਜਨ ਕਰਦੇ ਹਾਂ, ਅਤੇ ਇੰਨੀ ਆਸਾਨ ਨਹੀਂ ਹੈ। ਲੇਕਿਨ ਅੱਜ ਕੱਲ੍ਹ ਦੀ ਜਿਹੜੀ ਯੁਵਾ ਪੀੜ੍ਹੀ ਹੈ ਉਹ ਸੋਚਦੀ ਹੈ ਫਟਾਫਟ ਮੈਨੂੰ ਜੇ ਕੰਪਿਊਟਰਾਈਜ਼ ਹੋ ਗਿਆ ਨਾ, ਜਿਸ ਤਰ੍ਹਾਂ ਵਕਤ ਸਾਰਾ ਉਹੀ ਬਾਤ ਗੱਲ ਹੋ, ਦਿਮਾਗ ਵੀ ਕੰਪਿਊਟਰਾਈਜ਼ ਹੋ ਗਏ ਬੱਚਿਆਂ ਦੇ। ਕਿੰਨੀ ਦੇਰ ਤੱਕ ਆਏਗਾ, ਕਿੰਨੀ ਦੇਰ ਸਟੇਜ 'ਤੇ ਚਲੇ ਜਾਣਗੇ, ਕਿੰਨੀ ਦੇਰ ਪ੍ਰਾਈਜ਼ ਆਏਗਾ ਕਿ ਨਹੀਂ ਆਊਗਾ। ਇਹ ਬੜੀ ਅਜੀਬ ਗੱਲ ਹੈ। ਮੈਂ ਜਿਹੜਾ ਬਦਲਾਅ ਦੇਖ ਰਹੀ ਹਾਂ, ਪਰਿਵਰਤਨ ਦੇਖ ਰਹੀ ਹਾਂ ਮੈਂ ਜਨਰੇਸ਼ਨ 'ਚ ਅੱਜ ਦੀ, ਉਹ ਮੈਨੂੰ ਥੋੜ੍ਹਾ ਚੁਭਦੀ ਹੈ। ਕਿਉਂਕਿ ਇਹ ਬੜਾ ਜਿਹੜੀ ਕਲਾ ਹੈ ਨਾ, ਇਹ ਬੜੀ ਮੁਸ਼ਕਿਲ ਕਲਾ ਹੈ ਕਲਾਸੀਕਲ ਡਾਂਸ। ਇਹਦੇ 'ਚ ਬਹੁਤ ਕੁਝ ਬੜੇ ਐਸਪੈਕਟ ਸਿੱਖਣੇ ਪੈਂਦੇ ਹੈ। ਭਾਵ ਵੀ ਸਿੱਖਣਾ ਪੈਂਦਾ ਹੈ, ਲੈਅ ਵੀ ਚਾਹੀਦੀ ਹੈ, ਗਾਣਾ ਵੀ ਚਾਹੀਦਾ ਹੈ, ਬਜਾਣਾ ਵੀ ਚਾਹੀਦਾ ਹੈ। ਇਹਦੇ ਨਾਲ ਇਹਦੀ ਪੜ੍ਹੰਤ ਹੈ, ਇਹਦੇ ਵਰਡਿੰਗ ਹੈ ਅਲੱਗ ਜੋ ਸਿੱਖਣੀ ਪੈਂਦੀ ਹੈ। ਉਹ ਬੱਚੇ ਜ਼ਰਾ ਜਲਦੀ ਚਾਹੁੰਦੇ ਆ ਅੱਜ ਕੱਲ੍ਹ ਦੇ। ਕਿਤੇ ਨਾ ਕਿਤੇ ਸ਼ਾਰਟਕਟ ਜਿਹੜੀ ਸਕਸੈਸ ਹੈ ਉਹ ਨੁਕਸਾਨਦਾਇਕ ਹੋ ਸਕਦੀ ਹੈ ਅੱਜ ਦੇ ਯੂਥ ਵਾਸਤੇ। ਬਿਲਕੁਲ ਹੋ ਸਕਦੀ ਹੈ। ਮਤਲਬ ਉਹ ਗਹਿਰਾਈ ਨਹੀਂ ਆਏਗੀ, ਤੁਹਾਨੂੰ ਉਹ ਨੌਲੇਜ ਨਹੀਂ ਆਣੀ,
ਤੁਹਾਨੂੰ ਉਹ ਗਿਆਨ ਹੀ ਨਹੀਂ ਆਣਾ ਅਗਰ ਤੁਸੀਂ ਜਲਦੀ ਜਲਦੀ ਕਰੋਗੇ। ਤੁਸੀਂ ਕਿਤੇ ਵੀ ਫਸ ਸਕਦੇ ਹੋ, ਕੋਈ ਜਵਾਬ ਦੇਣਦਾਰ ਹੋਏ ਤੇ ਤੁਸੀਂ ਰੁਕ ਜਾਓਗੇ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਇਹਦੀ ਜੜ੍ਹਾਂ ਕਿਸ ਤਰ੍ਹਾਂ ਕਿੰਨੀ ਗਹਿਰੀਆਂ ਕਲਾਸੀਕਲ ਡਾਂਸ ਦੀ ਸਾਡੇ ਸੰਸਕ੍ਰਿਤੀ ਦੀ। ਡਾਂਸ ਛੱਡੋ ਜੀ, ਕੋਈ ਵੀ ਤੁਸੀਂ ਕਲਾ ਦੇਖੋ, ਉਹਦੀਆਂ ਇੰਨੀਆਂ ਗਹਿਰੀਆਂ ਜੜ੍ਹਾਂ ਨੇ ਜਿਹਨੂੰ ਹਿਲਾ ਪਾਉਣਾ ਬਹੁਤ ਮੁਸ਼ਕਿਲ ਹੈ। ਤੇ ਉਹੀ ਗੱਲ ਹੈ, ਜਿਸ ਤਰ੍ਹਾਂ ਵੈਸਟਰਨ ਡਾਂਸਿਸ ਦਾ ਜ਼ੋਰ ਪੈਂਦਾ ਹੈ, ਕਦੇ ਕੋਈ ਡਾਂਸ ਆ ਗਿਆ, ਕਦੇ ਚਾਚਾ ਚਾ ਆ ਗਿਆ, ਕਦੇ ਟਵਿਸਟ ਆ ਗਿਆ, ਕਦੇ ਬਾਲਰੂਮ ਆ ਗਿਆ, ਕਦੇ ਕੁਛ ਆ ਗਿਆ, ਅੱਜ ਕੱਲ੍ਹ ਉਹ ਕੀ ਕਹਿੰਦੇ ਉਹਨੂੰ ਸਾਲਸਾ ਆ ਗਿਆ। ਸਭ ਕੁਛ ਠੀਕ ਹੈ, ਸਭ ਕਲਾਮਾਂ ਨੇ, ਇਹ ਨਹੀਂ ਮੈਂ ਕਹਿੰਦੀ ਆਸਾਨ ਹੈ, ਪਰ ਇਹ ਛਣਿਕ ਹੈਗੇ। ਜੋ ਸਾਡਾ ਕਲਾਸੀਕਲ ਹੈ ਉਹਦੀ ਇੰਨੀ ਗਹਿਰੀਆਂ ਰੂਟ ਨੇ ਕਿ ਉਹਨੂੰ ਜੈਸੇ ਜਿਸ ਪੇੜ ਦੀ ਗਹਿਰੀ ਰੂਟ ਹੋਗੀ ਉਹ ਹਿਲੇਗਾ ਨਹੀਂ, ਉਹ ਆਂधी 'ਚ ਨਹੀਂ ਗਿਰੇਗਾ ਅਤੇ ਉਹ ਜਮਾ ਹੀ ਰਹੇਗਾ ਉੱਥੇ। ਉਹੀ ਸਾਡੀ ਕਲਾਸੀਕਲ ਦੀ ਗੱਲ ਹੈ ਅਤੇ ਇਹਨੂੰ ਕੋਈ ਹਿਲਾ ਨਹੀਂ ਸਕਦਾ। ਥੋੜ੍ਹੇ ਦਿਨ ਇੱਕ ਅਸਰ ਰਹਿੰਦਾ ਅੱਜ ਦੀ ਜਨਰੇਸ਼ਨ 'ਚ, ਜੀ ਚਲੋ ਸਾਲਸਾ ਕਰ ਲਓ, ਆਹ ਕਰ ਲਓ, ਆਹ ਕਰ ਲਓ, ਉਹ ਗੱਲ ਬਣਦੀ ਨਹੀਂ। ਬਾਅਦ 'ਚ ਉਹ ਕਿਨਾਰੇ ਹੋ ਜਾਂਦਾ ਹੈ। ਉਹ ਮਨੋਰੰਜਨ ਦਾ ਸਾਧਨ ਹੁੰਦਾ ਹੈ, मज़े भी रही, चलो शामी अपना नाच लिया, थोड़ी एक्सरसाइज भी हो गई, थोड़ी फिटनेस भी हो गई। लेकिन क्लासिकल अगर तुसी डांस करोगे बहुत गहराई है, ਉਹਦੇ 'ਚ बड़ी मेहनत करनी है। ਉਹਦੇ कई हिस्से ने, ताल लय सुर, बहुत कुछ सीखना पैंदा ਉਹਦੇ ਲਈ। जिन्ना प्रैक्टिकल है उन्ना ही थियोटिकल है। ये नहीं कि तुसी प्रैक्टिकल नाचे जा रहे हो, थ्योरी भी है, शास्त्र भी है ਉਹਦੇ 'ਚ जो पढ़ना पैंदा है। ਤੁਸੀਂ ਲਗਾਤਾਰ 70 ਸਾਲ ਤੋਂ ਕਲਾਸੀਕਲ ਕੱਥਕ ਡਾਂਸ ਮਤਲਬ ਕਰਦੇ ਆ ਰਹੇ ਹੋ ਡਾਂਸ, ਹਾਲੇ ਤੱਕ ਫਿੱਟ ਐਕਟਿਵ ਹੋਏ, ਇਹਦੇ ਪਿੱਛੇ ਕੀ ਰਾਜ਼ ਹੈਗਾ, ਸੀਕ੍ਰੇਟ ਕੀ ਹੈ? ਸਾਰੇ ਇੱਕੋ ਹੀ ਗੱਲ ਪੁੱਛਦੇ ਆ ਭਾਈ। ਸੀਕ੍ਰੇਟ ਇਹ ਹੈ ਕਿ ਅਸੀਂ ਡਾਂਸ ਯਾਦ ਕਰਦੇ ਹਾਂ, ਡਾਂਸ ਖਾਂਦੇ ਹਾਂ, ਡਾਂਸ ਸੋਚਦੇ ਹਾਂ, ਡਾਂਸ ਜੀਂਦੇ ਹਾਂ, ਉਹਦੇ 'ਚ ਹੀ ਅਸੀਂ ਲੱਗੇ ਰਹਿੰਦੇ ਹਾਂ। ਬੁਰਾ ਕਿਸੇ ਦਾ ਕਰਦੇ ਨਹੀਂ ਭਾਈ। ਕੋਈ ਆ ਜਾਏ ਉਹਦੀ ਹੈਲਪ ਕਰਦੀ, ਉਹਨੂੰ ਸਿਖਾ ਦਿੱਤਾ, ਉਹਦੀ ਰੋਜ਼ੀ ਰੋਟੀ 'ਤੇ ਲੱਗਿਆ ਬੱਚਾ, ਕੁੜੀ ਆਪਣਾ ਕਮਾਉਣ ਲੱਗ ਗਈ, ਅਸੀਂ ਖੁਸ਼ ਹਾਂ ਕਿ ਚਲੋ ਕਮਾ ਰਹੀ ਹੈ। ਅਤੇ ਬਸ ਆਪਣੇ ਆਪ 'ਚ ਰਿਆਜ਼ ਕਰਦੇ ਹਾਂ, ਰੋਜ਼ ਰਿਆਜ਼ ਕਰਦੀ ਹਾਂ, ਮੈਂ ਅਜੇ ਵੀ ਰਿਆਜ਼ ਕਰਦੀ ਹਾਂ। ਤੋ ਉਹ ਫਿਟਨੈਸ ਉਹਦੀ ਵੀ ਬੜੀ ਗੱਲ ਹੈ। ਲਿਮਿਟ 'ਚ ਖਾਓ, ਦੇਖ ਕੇ ਖਾਓ, ਔਰ ਆਪਣਾ ਸ਼ਾਮੀ ਰਿਆਜ਼ ਰੱਖੋ, ਉਨਾ ਹੀ ਆਰਾਮ ਕਰੋ, ਉਨਾ ਹੀ ਧਿਆਨ ਕਰੋ ਰੱਬ ਦਾ। ਬਸ ਇਹ ਮੇਰੀ ਫਿਟਨੈਸ ਦਾ ਰਾਜ਼ ਹੈ। ਤੁਸੀਂ ਅੱਜ ਇਸ ਮੁਕਾਮ 'ਤੇ ਬਹੁਤ ਚੰਗਾ ਨਾਮ ਖੱਟ ਰਹੇ ਹੋ, ਨਾਮ ਕਮਾ ਰਹੇ ਹੋ। ਇੱਥੇ ਤੱਕ ਪਹੁੰਚਣ ਦਾ ਜਿਹੜਾ ਕ੍ਰੈਡਿਟ ਆ ਉਹ ਕੌਣ ਹੈ ਇਨਸਾਨ ਜਿਹੜਾ ਮਾਂ ਬਾਪ ਤੋਂ ਬਾਅਦ ਹੁੰਦਾ? ਗੁਰੂ ਵੀ ਹੈ, ਹੋਰ ਕਿਹੜਾ ਇਨਸਾਨ ਆ ਉਹ? सबसे बड़ा ਕ੍ਰੈਡਿਟ ਤਾਂ ਮੈਂ ਦੇਤੀ ਆਪਣੀ ਮਾਂ ਨੂੰ। ਪਿਤਾ ਜੀ ਨੂੰ ਨਹੀਂ ਦਿੰਦੀ, ਉਹ ਤਾਂ ਮਨਾ ਕਰਦੇ ਸੀ ਨਾਚਣਾ ਦਾ। ਉਹ ਤੋਂ ਬਾਅਦ 'ਚ 10 ਸਾਲ ਬਾਅਦ ਉਹਨਾਂ ਨੂੰ ਖਿਆਲ ਆਇਆ ਕਿ ਮੇਰੀ ਧੀ ਨੱਚਦੀ ਹੈ ਅਤੇ ਬੜੀ ਨਾਮ ਹੋ ਰਿਹਾ, ਬੜੀ ਲੋਕ ਤਾਰੀਫ ਕਰਦੇ। ਪਰ ਮੇਰੀ ਮਾਂ ਨੇ ਬਹੁਤ 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 ਸੈਕਰੀਫਾਈਸ ਕੀਤਾ ਮੇਰੇ ਲਈ। ਉਹਨਾਂ ਨੇ, ਹਾਲਾਂਕਿ ਉਹ ਸਾਇੰਸ ਸਟੂਡੈਂਟ ਸੀਗੇ, FSC ਕੀਤੀ ਹੋਈ ਸੀ, BSc ਕਰਨ ਦੀ ਸੋਚ ਰਹੇ ਸੀ, ਪਰ ਉਹਨਾਂ ਨੇ ਮੇਰਾ ਸਾਥ ਬਹੁਤ ਦਿੱਤਾ। ਉਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ ਹੈ ਕਿ ਮੇਰੇ 'ਚ ਹੈਗਾ ਆਰਟਿਸਟਿਕ ਕੁਛ ਹੈ ਗੱਲ। ਔਰ ਉਹਦੇ ਬਾਅਦ ਮੇਰੇ ਗੁਰੂਜਨ ਲੋਕ ਤਾਂ ਹੈ ਹੀ। ਫਿਰ ਜਦੋਂ ਮੇਰੀ ਵਿਆਹ ਹੋ ਗਿਆ ਅਤੇ ਮੇਰੇ ਹਸਬੈਂਡ ਸ਼੍ਰੀ ML ਕੌਸ਼ਲ ਜੀ ਨੇ ਮੇਰਾ ਬੜਾ ਸਾਥ ਦਿੱਤਾ। ਉਹ ਖੁਦ ਵੀ ਬਹੁਤ ਬੜੇ ਆਰਟਿਸਟ ਥੇ ਤਾਂਡਵ ਦੇ, ਉਹਨਾਂ ਨੂੰ ਤਾਂਡਵ ਦੀ ਉਪਾਧੀ ਵੀ ਮਿਲੀ ਸੀ ਮਨੀਪੁਰ ਤੋਂ ਵੀ ਔਰ ਗੌਰਮੈਂਟ ਆਫ ਇੰਡੀਆ ਤੋਂ ਵੀ। ਪਰ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ। ਉਹਨਾਂ ਨੇ ਮਤਲਬ ਹਮੇਸ਼ਾ ਮੈਨੂੰ ਬੜਾਵਾ ਦਿੱਤਾ, ਰਿਆਜ਼ ਕਰੋ, ਹੋਰ ਸਿੱਖੋ, ਕਿਤੋਂ ਸਿੱਖਣਾ ਹੈ ਦੱਸੋ, ਮਤਲਬ ਕੁਛ ਕਰੋ, ਇਹ ਹੋਰ ਗ੍ਰੇਸ ਲਿਆਓ, ਹੋਰ ਇਹ ਲਿਆਓ। ਉਹਨਾਂ ਨੇ ਬਹੁਤ ਮੈਨੂੰ ਪਥ ਪ੍ਰਦਰਸ਼ਿਤ, ਪੜ੍ਹੋ। ਮੈਂ 10ਵੀਂ ਪਾਸ ਸੀਗੀ ਜਦੋਂ ਮੈਂ ਕਾਲਜ 'ਚ ਲੱਗੀ ਹਾਂ। ਕਹਿੰਦੇ ਤੁਹਾਡੀ ਕੁੜੀਆਂ BA ਕਰਕੇ ਨਿਕਲਣਗੀਆਂ, ਤੁਹਾਡੇ ਸਿਰ 'ਤੇ ਲੱਗ ਜਾਣਗੀ, ਅੱਗੇ ਪੜ੍ਹੋ। ਇੰਟਰ ਕੀਤਾ, BA ਕੀਤਾ, MA ਕੀਤਾ, PhD ਕੀਤੀ, बुक लिखो। फिर बुक भी लिखती डांस की, दूसरी बुक भी लिखती। फिर कहते PhD करो, फिर PhD आगरा यूनिवर्सिटी तो करी। उन्होंने मैनू सब तो ज़्यादा, अगर माँ ने मैनू इस लाइन पर लाया तो मेरे दोनों गुरु जी, गुरु कुंदन लाल जी, गुरु कन्हैया लाल जी, मेरे दोनों गुरुआं ने जिस तरह मैनू मेरा टैलेंट देख के मैनू सिखाया, ਉਹਦੇ ਬਾਅਦ जो है ना मेरे हसबैंड ਨੂੰ ਕ੍ਰੈਡਿਟ ਜਾਂਦਾ ਹੈ ਅੱਗੇ। ਮਤਲਬ ਅਗਰ ਹਸਬੈਂਡ ਚਾਹੇ तो हर एक गल रोक सकता है, नहीं करना डांस, नहीं ये करना, नहीं करना, तो यू हैव टू स्टॉप, है ना। ਤਾਂ ਉਹਨਾਂ ਨੇ ਮਤਲਬ ਹਮੇਸ਼ਾ ਮੈਨੂੰ ਬੜਾਵਾ ਦਿੱਤਾ, ਆਪਣਾ ਖਿਆਲ ਰੱਖੋ, ਆਪਣੀ ਸਿਹਤ ਦਾ ਖਿਆਲ ਰੱਖੋ, ਰਿਆਜ਼ ਕਰੋ, ਰੋਜ਼ ਰਿਆਜ਼ ਕਰੋ। ਨਹੀਂ ਖਾਣਾ ਬੰਦਾ ਨਾ ਬਣਾਓ, ਬ੍ਰੈਡ ਖਾ ਲਾਂਗੇ, ਪਰ ਰਿਆਜ਼ ਕਰੋ। ਇਹ ਬਹੁਤ ਬੜੀ ਗੱਲ ਹੈ। ਬਹੁਤ ਸਾਥ ਦਿੱਤਾ ਉਹਨਾਂ ਨੇ ਮੇਰਾ। ਸ਼ੋਭਾ ਜੀ, ਜਦੋਂ ਤੁਸੀਂ ਕੱਥਕ ਡਾਂਸ ਕਰਦੇ ਹੋ ਸਭ ਤੋਂ ਵੱਧ ਫੋਕਸ ਕਿਸ ਚੀਜ਼ 'ਤੇ ਹੁੰਦਾ, ਪਲੱਸ ਚੈਲੰਜ ਕੀ ਰਹਿੰਦਾ ਉਸ ਦੌਰਾਨ? ਸਭ ਤੋਂ ਬੜਾ ਜਿਹੜਾ ਫੋਕਸ ਹੈ ਭਗਵਾਨ की तरफ,
सबसे पहले। फिर गुरुजन अब तो मेरे हैं नहीं दोनों, ਉਹਨਾਂ ਨੂੰ ਨਮਸਕਾਰ ਕਰਦੀ ਹੈ, ਮੰਚ ਨੂੰ ਮੈਂ ਪ੍ਰਣਾਮ ਕਰਦੀ ਹੈ, ਧਰਤੀ ਮਾਤਾ 'ਤੇ ਜਿੱਤੇ ਮੈਂ ਕੁੱਟਣਾ ਹੈ ਉਹਨਾਂ ਨੂੰ, ਅਤੇ ਅਸੀਂ ਮਾਫੀ ਮੰਗ ਲੈਂਦੇ ਹਾਂ। ਸਾਰੇ ਕਲਾਕਾਰ ਮੱਥੇ ਨਾਲ ਲਾ ਲੈਂਦੇ ਹੈ, ਸਟੇਜ ਮਾਫੀ ਮੰਗ ਲੈਂਦੇ ਹੈ, ਅਤੇ ਆਪਣੀ ਪਰਫੋਰਮੈਂਸ ਮੈਂ ਕੀ ਕਰਨੀ ਹੈ ਉਹ ਮੈਂ ਫਿਰ ਫੋਕਸ ਕਰਦੀ ਹਾਂ। ਤੇ ਜਿਹੜਾ ਹੁਣ ਯੂਥ ਆ ਰਿਹਾ ਕੱਥਕ ਵੱਲ, ਉਹਨਾਂ ਨੂੰ ਹਾਲੇ ਵੀ ਸਟਰਗਲ ਕਰਨ ਦੀ ਲੋੜ ਹੈ, ਕਿਉਂਕਿ ਬਹੁਤ ਡਿਫਿਕਲਟ ਡਾਂਸ ਹੈ ਕੱਥਕ ਡਾਂਸ। ਸ਼ਾਸਤਰੀ ਨ੍ਰਿਤ ਹੈਗੇ ਹਿੰਦੁਸਤਾਨ 'ਚ 8, ਸਾਰੇ ਹੀ ਮੁਸ਼ਕਿਲ ਹੈ, ਕਿਉਂਕਿ ਉਹਨਾਂ 'ਚੋਂ ਸਭ ਤੋਂ ਹੀ ਇੱਕੋ ਹੀ ਗੱਲ ਹੈ, ਰਸ, ਭਾਅ, ਤਾਲ, ਨਾਇਕਾ ਭੇਦ, ਅਭਿਨੈ ਦੇ ਪ੍ਰਕਾਰ, ਸਭ ਕੁਛ ਬਹੁਤ ਮੁਸ਼ਕਿਲ ਹੈ। ਲੇਕਿਨ ਇਹਦੇ 'ਚ ਮਿਹਨਤ ਬਹੁਤ ਜ਼ਰੂਰੀ ਹੈ, ਇਹਦੀ ਗਹਿਰਾਈ 'ਚ ਵੜ ਕੇ ਫੀਲ ਕਰਕੇ ਕਿ ਅਭਿਨੈ ਅਗਰ ਅਸੀਂ ਅਭਿਨੈ ਕਰ ਰਹੇ ਕਿਹਦਾ ਕਰ ਰਹੇ, ਕਿਸ ਤਰ੍ਹਾਂ ਦਾ ਐਕਸਪ੍ਰੈਸ਼ਨ ਆਏਗਾ, ਕਿਸ ਤਰ੍ਹਾਂ ਦਾ ਭਾਵ ਆਏਗਾ, ਕਿਹੜਾ ਰਸ ਆਏਗਾ, ਕਿਹੜੀ ਨਾਇਕਾ ਇਹਦੇ 'ਚ, ਸਭ ਕਨੈਕਟਿਡ ਨੇ ਇੱਕ ਦੂਸਰੇ ਨਾਲ। ਤੋ ਜਦੋਂ ਇੱਕ ਦੂਸਰੇ ਨਾਲ ਕਨੈਕਟਿਡ ਹੈ ਅਤੇ ਉਹ ਸਟੱਡੀ ਕਰਨਾ ਬਹੁਤ ਮੁਸ਼ਕਿਲ ਵੀ ਹੈ ਔਰ ਜ਼ਰੂਰੀ ਵੀ ਹੈ। ਅਤੇ ਅੱਜ ਦੀ ਜਨਰੇਸ਼ਨ ਨੂੰ ਵੀ ਗਹਿਰਾਈ 'ਚ ਵੜ ਕੇ ਡਾਂਸ ਦੇਖਣਾ ਚਾਹੀਦਾ ਹੈ, ਜਿਹੜਾ ਕਰ ਰਹੇ ਨੇ ਕਿ ਉਹਦੀ ਕੀ ਥੀਮ ਹੈ, ਕੀ ਨਾਇਕਾ ਹੈ, ਕੀ ਭਾਵ ਹੈ, ਕਿਹੜਾ ਰਸ ਹੈ, ਕਿਹੜਾ ਅਭਿਨੈ ਕਿਹੜਾ ਕਰਨਾ, ਕਿਸ ਤਰ੍ਹਾਂ ਕਰਨਾ ਹੈ, ਬਹੁਤ ਜ਼ਰੂਰੀ ਹੈ। ਜਿਹੜਾ ਅੱਜ ਕੱਲ੍ਹ ਦਾ ਡਾਂਸ ਹੋ ਰਿਹਾ ਯੂਥ ਬਹੁਤ ਪਸੰਦ ਵੀ ਕਰ ਰਿਹਾ, ਭਾਵੇਂ ਉਹ ਬਾਲੀਵੁੱਡ ਜ਼ੁੰਬਾ ਡਾਂਸ ਹੈ, ਸਾਲਸਾ ਹੈ, ਉਹਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਹੈਗਾ? ਕੰਪੇਅਰ ਕਰੀਏ ਕੱਥਕ ਡਾਂਸ ਨਾਲ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਚੇਂਜ ਦੀ ਲੋੜ ਤਾਂ ਹੈਗੀ ਹੈ। ਨਹੀਂ, ਜਿਹੜੇ ਤੁਸੀਂ ਜੁੰਬਾ ਕਹਿ ਰਹੇ ਹੋ ਜਾਂ ਤੁਸੀਂ ਸਾਲਸਾ, ਉਹ ਵੀ ਡਾਂਸ ਨੇ, ਉਹ ਵੀ ਹਰ ਇੱਕ ਨਹੀਂ ਨਾਚ ਸਕਦਾ। ਪਰ ਅਗਰ ਤੁਹਾਡੇ ਮਨ 'ਚ ਕਲਾਸੀਕਲ ਡਾਂਸ ਲਈ ਪਿਆਰ ਹੈ ਤਾਂ ਫਿਰ ਉਹ ਪਿਓਰਟੀ ਹੋਣੀ ਚਾਹੀਦੀ ਹੈ। अगर तुसी वेस्टर्न डांस कर रहे हो करो, वो भी कला है। मैं ये नहीं कहती, मैं बुराई नहीं कर रही, क्योंकि सालसा भी अगर मैंने कोई कहे सालसा कर तो मैं इतनी तेज़ी नाल मैं तो नहीं कर सकती, या जुम्बा शायद हो जाए क्योंकि झटका मारने वाली गल होंदी है, पर सालसा तो नहीं कर सकती ना। तो वो भी एक आर्ट है, मैं उसकी बुराई नहीं कर रही, पर बच्चों नूं ये सोचना चाहिए वो चाहते की है। अगर वो क्लासीकल चाहते हैं तो क्लासीकल करन। क्लासीकल अच्छा देखो, मैं थोड़ा गल दसा, कई फॉरन के डांसिस मैं लंडन सीगी, तो साढ़े जेड़े कथक नाच ना पैरों की चाल चलते हैं, जैसे तक 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 हम असी इन्हों चाला कहने हैं लड़ी, तो यही टक 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 जो उनका टैप डांस होता है, जो बूट पहन के करते हैं, उनसे हमारी बहुत सिमिलैरिटी है। फिर मैंने टैप डांस के साथ कथक डांस को मैंने कराया उनको। उनकी जो हमारे ग्रुप में जो फॉरेन गर्ल्स सीगियां उन्होंने तो टैप किया, तो मेरी कुड़ियां ने कथक किया। काफ़ी सिमिलैरिटी सी उहदे च भी, लयकारी भी सी उहदे च। लेकिन वो जूते असी तो जूते स्टेज ते नहीं लैके जाते, वो बूट स्टेज ते पा के आए, उन्होंने अपनी टैक्नीक है, तो वो बूट पा के कर रहे सी, तो साडी कुड़ियां घुंघरू पा के लगी सी। लेकिन बहुत सोहना उन्हों का आपस कंपटीशन होया। तो मतलब कई चीज़ ऐसी हैं, जैसे बॉलरूम डांस है। जब बॉलरूम डांस इस तरह करो, तुसी देखो उहदे च ना ता थई थई तद दे स्टैप्स आते हैं, ता थई थई फिर घूमते आ थई, इस तरह के स्टैप्स आते। साढ़े भी ता थई थई तद आ थई थई तद। तो किते ना किते लय मिलती है, पर स्टाइल नहीं मिलता, तरीका नहीं मिलता, भावना नहीं मिलती, रूप नहीं मिलता, अलग है। क्लासीकल का रंग ही अलग है। सो मैं कहनी है कि बच्चों को एक तरफा लगना चाहिए है। मनोरंजन लिए ठीक है डांस कर लिया, लेकिन पूरी गहराई नाल उन्होंने क्लासीकल डांस करना ਤੇ ਹੁਣ ਕਿੱਦਾਂ ਦੇ ਫਿਊਚਰ ਪਲਾਨਸ ਨੇ, ਅੱਗੇ ਕੀ ਕੁਝ ਲੈ ਕੇ ਆ ਰਹੇ ਹੋ ਆਪਣੇ ਚਾਹਣ ਵਾਲੇ ਵਾਸਤੇ? कोशिश करती हैं जो मैं हुण बहुत कम सिखानी है, क्योंकि प्राचीन कला केंद्र च मैं रजिस्ट्रार कम ट्रेजर हैं, बड़ा काम है इत्थे, बहुत वर्किंग है। पर मैं चुनिंदा बच्चों नूं मैं उन्हें भी सिखानी है। और एक मेरे कोल कुड़ी आंदी है, वो देख नहीं सकती, सुन नहीं सकती, बोल भी नहीं सकती, उन्होंने मैं साल भर तो मैं सिखा रही हैं। बहुत खुशी है मैनू, बहुत सोहना डांस करती है, बहुत सोहना। पता नहीं मैं की कवा, भगवान ने ही ओदे पता नहीं सिर ते की एक बूंद टपकाई है ज्ञान दी, कि दिमाग बहुत अच्छा है, पिकअप बड़ी अच्छी है ओदी। तो उन्होंने मैं सिखा रही है,
ਹੁਣ ਮੈਨੂੰ ਸਕੂਲ ਵੀ ਖੋਲ੍ਹਤਾ ਉਹਨੂੰ, ਉਹਨੇ ਸਿਖਾਉਣਾ ਵੀ ਸ਼ੁਰੂ ਕਰਤਾ, 2-3 परफॉर्मेंसा भी मैं दिलाती हूँ ਉਹਨੂੰ। और मैं यही कहांगी कि भाई अच्छे अच्छे प्रोग्राम होਣ, गवर्नमेंट स्कॉलरशिप दे सीखਣ ਲਈ ਬੱਚਿਆਂ ਨੂੰ जो अफोर्ड नहीं कर सकते। बड़े बच्चे ऐसे टैलेंटेड हैं जो डांस कर सकते हैं, गाना गा सकते हैं क्लासिकल, पर अफोर्ड नहीं कर सकते। साढ़े प्राचीन कला केंद्र तो ਅਸੀਂ ਬਹੁਤ ਬੱਚਿਆਂ ਨੂੰ फ्री कराने हैं, ਜਿਹੜੇ नहीं अफोर्ड कर सकते ਅਸੀਂ फ्री कराने हैं ਉਹਨਾਂ ਨੂੰ। ਜਿਹੜੇ ये बस्ती वाले जैसे बच्चे होते हैं उनको भी ਅਸੀਂ कराते हैं, मतलब डांस कोशिश करते हैं कि जितना प्रचार प्रसार हो सके, बच्चे अपने पैरों ते खड़े हो सकन, उन्नी चंगी गल है। और फ्यूचर प्लान तो यही है, बस डांस करे जा शोभा मई मर जाए स्टेज पर। ਚਲੋ ਵਿਸ਼ ਯੂ ਆਲ ਦ ਬੈਸਟ, ਤੁਸੀਂ ਜੋ ਵੀ ਕਰੋ ਚੰਗਾ ਹੀ ਕਰੋ। थैंक यू धन्यवाद। ਤਾਂ ਤੁਸੀਂ ਦੇਖਿਆ ਸੀਗੇ ਕੱਥਕ ਡਾਂਸਰ ਸ਼ੋਭਾ ਕੌਸ਼ਲ ਜੀ, ਜਿਨ੍ਹਾਂ ਨੇ ਖਾਸ ਗੱਲਬਾਤ ਕੀਤੀ ਸਫ਼ਰ ਬਾਰੇ ਤਾਂ ਦੱਸਿਆ ਹੀ, ਤੇ ਕਿਹਾ ਕਿ ਮਾਂ ਦਾ ਬਹੁਤ ਸਪੋਰਟ ਰਿਹਾ ਜ਼ਿੰਦਗੀ ਵਿੱਚ। ਹਾਲਾਂਕਿ ਪਿਤਾ ਜੀ ਨੂੰ ਡਾਂਸ ਕਰਨਾ ਨਹੀਂ ਪਸੰਦ ਸੀਗਾ, ਬਟ ਮਦਰ ਨੇ ਬਹੁਤ ਸਪੋਰਟ ਕੀਤਾ। ਜਿੱਥੇ ਯੂਥ ਦੀ ਗੱਲ ਹੁੰਦੀ, ਯੂਥ ਨੂੰ ਕੱਥਕ ਡਾਂਸ ਨੂੰ ਸਮਝਣ ਦੀ ਲੋੜ ਹੈਗੀ, ਕਿਉਂਕਿ ਅਜਿਹਾ ਡਾਂਸ ਹੈ ਜਿਹਦੇ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਅੱਜ ਕੱਲ੍ਹ ਦੇ ਯੂਥ ਨੂੰ ਜ਼ਿਆਦਾਤਰ ਬਾਲੀਵੁੱਡ ਨੰਬਰ ਜ਼ੁੰਬਾ ਪਸੰਦ ਕਰੋ, ਪਰ ਕੱਥਕ ਡਾਂਸ ਐਵਰਗ੍ਰੀਨ ਡਾਂਸ ਹੈ, ਇਸ ਨੂੰ ਯਾਦ ਰੱਖੋ, ਆਪਣੀ ਸੱਭਿਅਤਾ ਨੂੰ ਨਾ ਭੁੱਲੋ। ਕਮੈਂਟਸ ਨਾਲ ਇਸ ਵਾਰੀ ਵਿਚਾਰ ਸਾਂਝੇ ਕਰ ਸਕਦੇ ਹੋ। ਕੈਮਰਾਮੈਨ ਪ੍ਰਵੀਨ ਦੇ ਨਾਲ ਸਕਾਈ ਨਿਊਜ਼ ਪੰਜਾਬ ਲਈ ਮੋਹਾਲੀ ਤੋਂ ਬਿਨੂ ਸ਼ਰਮਾ।